ਇਹਨਾਂ ਨੇ ਐਡਵਾਂਸ ਕਮਾਲ ਮਗਰੋਂ ਲਾ ਲੂ ਕੇ ਨਾ ਤੇ ਇਹਨਾਂ ਵਿਚਾਰਿਆਂ ਨੇ ਕਣਕ ਬੀਜੀ। ਇਹ ਨੰਬਰਦਾਰਾਂ ਦੀ ਕਣਕ ਹੈ ਤੇ ਤੂੰ ਦੇਖ ਲੈ ਵੀ ਕਣਕ ਅਗਲੇ 10-15 ਦਿਨਾਂ ਦੀ ਕਣਕ ਆਈ ਹੈ ਜੀ। ਉਹਦੀ ਕੀ ਵਜ੍ਹਾ ਹੈ? ਲੋਕਾਂ ਨੇ ਯਕੀਨ ਕੀਤਾ ਤੇ ਫੇਰ ਹੀ ਇਹ ਜਿਹੜਾ ਨਾ ਕਣਕ ਬਿਜਾਈ ਹੋਈ ਹੈ। ਇੰਜੀ ਗੱਲ ਹੈ। ਹੁਣ ਤੁਸੀਂ ਜਿੱਧਰ ਨੂੰ ਵੀ ਜਾਓਗੇ ਉਸੇ ਬੰਨੇ ਕਣਕ ਦੀ ਬਿਜਾਈ ਹੋਈ ਹੋਏਗੀ। ਇੰਜੀ ਗੱਲ ਮਰੱਬਿਆਂ ਦੇ ਹਿਸਾਬ ਤੇ। ਇੱਥੇ ਤੂੰ ਜਿੱਧਰ ਨੂੰ ਵੀ ਤੂੰ ਕੈਮਰਾ ਮਾਰੇਗਾ ਨਾ, ਤੂੰ ਹੁਣ ਜਦੋਂ ਇੱਥੋਂ ਜਾਵੇਂ ਤੂੰ ਆਲੇ ਦੁਆਲੇ ਦੇਖਦਾ ਤੁਰਿਆ ਜਾਈਂ, ਤੈਨੂੰ ਕਿਤੇ ਕੋਈ ਫਸਲ ਹੋਰ ਨਜ਼ਰ ਨਹੀਂ ਆਊਗੀ। ਠੀਕ ਹੈ ਜੀ। ਲੋਕਾਂ ਨੇ ਸਰੋਂ ਵੀ ਨਹੀਂ ਬੀਜੀ ਯਾਰ ਕੀ। ਇੰਜੀ ਗੱਲ ਠੀਕ ਹੈ ਜੀ। ਕਿ ਇਹਨਾਂ ਨੇ ਜਨਾਬ ਟਰੈਕਟਰ ਦਾ ਲਾਲਚ ਦਿੱਤਾ ਜੀ, ਜਿਹਦੀ ਮੁਰੱਬਾ ਕਣਕ ਹੋਊਗੀ ਉਹਨੂੰ ਟਰੈਕਟਰ ਮਿਲੇਗਾ। ਹੁਣ ਜਨਾਬ ਉਹ ਮੇਰਾ ਖਿਆਲ ਪਿਛਲੇ ਦਿਨਾਂ 'ਚ ਫਾਰਮ ਵੀ ਫਿਰਦਾ ਰਿਹਾ ਕਿ ਜਿਹੜਾ ਮੁਕਾਬਲੇ 'ਚ ਪਹਿਲੇ ਨੰਬਰ ਤੇ ਆਏਗਾ ਉਹਨੂੰ ਟਰੈਕਟਰ ਮਿਲੇਗਾ। ਹੁਣ ਮੇਰਾ ਖਿਆਲ ਉਸ ਗੱਲ ਤੋਂ ਹੀ ਖਰੇ ਭੱਜੂਗਾ ਮੁਰੱਬੇ ਵਾਲੀ ਤੋਂ ਵੀ, ਕਿਉਂ ਲੋਕਾਂ ਨੇ 40-40 50-50 ਕਿੱਲੇ ਕਣਕ ਬੀਜੀ। ਹੁਣ ਜੇ ਇੱਕ ਬੰਦੇ ਨੇ 50 ਕਿੱਲੇ ਕਣਕ ਬਣੀ, ਉਹ 2 ਟਰੈਕਟਰ ਬਣਦੇ ਨਾ, ਉਹਨੂੰ ਦਿਓ ਨਾ 2 ਟਰੈਕਟਰ। ਅਸੀਂ ਕੌਣ ਹੈ? ਅਸੀਂ ਇਹ ਯਤੀਮ ਜਾਊ। ਯਤੀਮ ਜਾਊ ਅਸੀਂ ਛੋਟੇ ਮਾਲਕ ਹੈ। ਸਭ ਤੋਂ ਜ਼ਿਆਦਾ ਲੱਕ ਟੁੱਟਿਆ ਵਾਲਾ ਸਾਹਿਬ ਤੇ ਉਹ ਛੋਟੇ ਜੀਵ ਦਾ। ਇੰਜੀ ਗੱਲ ਗੰਦਮ ਜਿਹੜੀ ਹੈਗੀ ਹੈ ਨਾ ਜੀ, ਇਹ ਇੱਕ ਮਾਂ ਹੈ ਫਸਲਾਂ ਦੀ। ਕੀ ਹੈ? ਮਾਂ ਹੈ। ਠੀਕ ਹੈ ਜੀ। ਤੇ ਜਦੋਂ ਮਾਂ ਡੁੱਬਦੀ ਹੋਵੇ, ਜਿੰਨੀ ਕਣਕ ਐਰਕੀ ਬੀਜੀ ਹੈ ਪਿਛਲੇ ਸਾਲ ਨਾਲੋਂ ਐਰਕੀ 25% ਦੀ ਕਣਕ ਦੀ ਘੱਟ ਬਿਜਾਈ ਹੋਈ ਤੇ 25% ਵੈਸੇ ਘਟ ਗਈ ਕਣਕ, ਝਾੜ ਘਟ ਗਿਆ ਕਣਕ ਦਾ। अस्सलाम वालेकुम दोस्तों, अपना चैनल पीके यूट्यूब चैनल 'ਚ खुश आमदीद। दोस्तों ਅੱਜ ਅਸੀਂ ਮੌਜੂਦ ਹਾਂ ਜ਼ਿਲ੍ਹਾ ਨਨਕਾਣਾ ਦੇ ਵਿੱਚ। ਫੌਜੀ ਰਮਜ਼ਾਨ ਸਾਹਿਬ ਸਾਡੇ ਨਾਲ ਮੌਜੂਦ ਨੇ, ਭਾਈ ਰਿਆਜ਼ ਮੌਜੂਦ ਨੇ, ਨਾਲ ਇੱਥੋਂ ਇਲਾਕਾ ਮਕੀਨ ਨੇ ਭਾਈ ਹੁਣੀ ਨਾਲ ਮੌਜੂਦ ਨੇ। ਇਹਨਾਂ ਨਾਲ ਗੱਲਬਾਤ ਕਰਨੀ ਹੈ ਗੰਦਮ ਦੇ ਹਵਾਲੇ ਨਾਲ। ਗੰਦਮ ਮਾਸ਼ਾਅੱਲਾ ਪਿੱਛੇ ਤੁਸੀਂ ਦੇਖ ਸਕਦੇ ਹੋ ਤਿਆਰ ਖੜੀ ਹੈ, ਬਸ ਅਨ ਕਰੀਬ ਚੰਦ ਦਿਨਾਂ ਦੇ ਵਿੱਚ ਇਹਦੀ ਕਟਾਈ ਸ਼ੁਰੂ ਹੋ ਜਾਣੀ ਹੈ। ਗੰਦਮ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ, ਕੀ ਸੂਰਤ ਹਾਲ ਅੱਗੋਂ, ਤੇ ਫੌਜੀ ਸਾਹਿਬ ਨਾਲ ਗੱਲਬਾਤ ਕਰਦੇ ਹਾਂ। अस्सलाम वालेकुम जी। वालेकुम सलाम जी। फौजी साहब की हाल ठीक ठाक हो? अल्लाह का शुक्र है भाई। फौजी साहब गंदम बारे काफ़ी ज़्यादा ज़मींदार परेशान ने, कुछ कल का नोटिफिकेशन मार्केट में चलन दिया सोशल मीडिया ते की कहना चाहोगे ਇਹਦੇ ਬਾਰੇ? ਪਹਿਲੀ ਗੱਲ ਤਾਂ ਇਹ ਕਿ ਜਿਹੜਾ ਉਹ ਨੋਟੀਫਿਕੇਸ਼ਨ ਫਿਰ ਰਿਹਾ ਉਹ ਫੇਕ ਹੈ। ਸਾਡੇ ਵਾਸਤੇ ਫੇਕ ਹੈ। ਅੱਛਾ। ਗਵਰਨਮੈਂਟ ਵਾਸਤੇ ਠੀਕ ਹੈ ਲੇਕਿਨ ਸਾਡੇ ਵਾਸਤੇ ਫੇਕ। ਜੀ ਜੀ। ਉਹਦੀ ਵਜ੍ਹਾ ਹੈ ਕਿ ਉਹ ਗਵਰਨਮੈਂਟ ਨੇ ਜਿਹੜੀ ਕਣਕ ਉਹਨਾਂ ਦੇ ਗੋਦਾਮਾਂ 'ਚ ਪਈ ਹੈ ਉਹ ਉਹਦਾ ਹੈ। ਮਿੱਲਾਂ ਨੂੰ ਜਿਹੜਾ ਗੰਨਾ ਆਪਣੇ ਦੇਣੀ ਹੈ ਨਾ, ਕਣਕ ਦੇਣੀ ਹੈ ਨਾ ਮਿੱਲਾਂ ਨੂੰ, ਜੀ ਜੀ, ਇਹ ਉਹਦਾ ਹੈ ਕਿ ਉਹਨਾਂ ਨੇ 2900 ਰੁਪਏ ਨੂੰ ਰੇਟ ਤੇ ਕਣਕ ਦੇਣੀ ਹੈ ਉਹਨਾਂ ਨੂੰ। ਠੀਕ ਹੋ ਗਿਆ। ਜਿਹੜੀ ਹੈ ਨਾ ਸਾਡੀ ਕਣਕ, ਇਹ ਹੈ ਯਤੀਮ ਯਊਆਂ ਦੀ ਕਣਕ। ਇਹ ਕਣਕ ਐਵੇਂ ਕਿਵੇਂ ਜੀ ਜਾਣੀ ਹੈ। ਅੱਛਾ। ਇਸ ਕਣਕ ਦਾ ਫਿਲਹਾਲ ਹਜੇ ਤਾਂ ਮੇਰਾ ਖਿਆਲ ਵਜ਼ੀਰ ਆਲਾ ਸਾਹਿਬ ਪਤਾ ਨਹੀਂ ਆ ਗਏ ਹੈ ਕਿ ਨਹੀਂ ਆਏ। ਉਹ ਕੋਈ ਕਮੇਟੀ ਬਣਾਉਣਗੇ, ਫਿਰ ਉਹ ਬੈਠੂਗੀ, ਫਿਰ ਕੋਈ ਕਣਕ ਦੇ ਬਾਰੇ ਧਿਆਨ ਹੋਊਗਾ ਵੀ ਇਹ ਕੀ ਕਰਨਾ ਕਣਕ ਨੂੰ। ਲੇਕਿਨ ਮੈਨੂੰ ਅੰਦਾਜ਼ਾ ਇਹ ਹੈ ਵੀ ਕਣਕ ਜਿਹੜੀ ਹੈ ਉਹ ਜ਼ਿਮੀਂਦਾਰਾਂ ਕੋਲ ਹੀ ਰਹੂਗੀ। ਅੱਛਾ ਜੀ। ਕਿ ਆਪਣੇ ਇਹ ਉੱਥੇ ਬੋਰੀਆਂ ਬਾਰੀਆਂ ਬਣਾ ਲੈਣ, ਜੋ ਵੀ ਕਰਨਾ ਹੈ, ਜਾਂ ਉਹ ਕੋਈ ਆਹ ਜਿਹੜਾ ਹੈਗਾ ਇਸ ਮੁਲਕ ਦੇ ਵਿੱਚ ਮਾਫੀਆ ਥੋੜਾ ਜਿਹਾ, ਜੀ ਜੀ, ਉਹ ਖਰੀਦੂਗਾ ਇਹਨੂੰ। ਬਾਕੀ ਹੋਰ ਕੁਝ ਨਹੀਂ। ਫੌਜੀ ਸਾਹਿਬ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸਾਹਿਬਾ ਨੇ ਵੀ ਕਿਹਾ ਸੀ ਕਿ ਯਕੀਨ ਦਹਾਨੀ ਕਰਾਈ ਜ਼ਿਮੀਂਦਾਰ ਨੂੰ ਵੀ ਗੰਦਮ ਕਾਸ਼ਤ ਕਰੋ, ਮੁਨਾਫਾ ਮੈਂ ਆਪਕੋ ਲੇਕਰ ਦੂੰਗੀ। ਇਸ ਉਮੀਦ ਤੇ ਜ਼ਿਮੀਂਦਾਰ ਨੇ ਗੰਦਮ ਕਾਸ਼ਤ ਕੀਤੀ ਹੈ। ਆਹ ਜਿਹੜੀ ਕਣਕ ਖੜੀ ਹੈ ਨਾ, ਜੀ ਜੀ, ਇਹ ਕਮਾਦ ਵੱਢ ਕੇ ਲੱਗੀ ਹੈ। ਹਾਂ ਇੰਜੀ ਗੱਲ। ਇਹਨਾਂ ਨੇ ਐਡਵਾਂਸ ਕਮਾਦ ਮਗਰੋਂ ਲਾ ਲੂ ਕੇ ਨਾ ਤੇ ਇਹਨਾਂ ਵਿਚਾਰਿਆਂ ਨੇ ਕਣਕ ਬੀਜੀ। ਇਹ ਨੰਬਰਦਾਰਾਂ ਦੀ ਕਣਕ ਹੈ ਤੇ ਤੂੰ ਦੇਖ ਲੈ ਵੀ ਕਣਕ ਅਗਲੇ 10-15 ਦਿਨਾਂ ਦੀ ਕਣਕ ਆਈ ਹੈ ਜੀ। ਉਹਦੀ ਕੀ ਵਜ੍ਹਾ ਹੈ? ਲੋਕਾਂ ਨੇ ਯਕੀਨ ਕੀਤਾ ਤੇ ਫੇਰ ਹੀ ਇਹ ਜਿਹੜਾ ਨਾ ਕਣਕ ਬਿਜਾਈ ਹੋਈ ਹੈ। ਇੰਜੀ ਗੱਲ ਹੈ। ਹੁਣ ਤੁਸੀਂ ਜਿੱਧਰ ਨੂੰ ਵੀ ਜਾਓਗੇ ਉਸੇ ਬੰਨੇ ਕਣਕ ਦੀ ਬਿਜਾਈ ਹੋਈ ਹੋਏਗੀ। ਇੰਜੀ ਗੱਲ। ਮਰੱਬਿਆਂ ਦੇ ਹਿਸਾਬ ਤੇ। ਇੱਥੇ ਤੂੰ ਜਿੱਧਰ ਨੂੰ ਵੀ ਤੂੰ ਕੈਮਰਾ ਮਾਰੇਗਾ ਨਾ, ਤੂੰ ਹੁਣ ਜਦੋਂ ਇੱਥੋਂ ਜਾਵੇਂ ਤੂੰ ਆਲੇ ਦੁਆਲੇ ਦੇਖਦਾ ਤੁਰਿਆ ਜਾਈਂ, ਤੈਨੂੰ ਕਿਤੇ ਕੋਈ ਫਸਲ ਹੋਰ ਨਜ਼ਰ ਨਹੀਂ ਆਊਗੀ। ਠੀਕ ਹੈ ਜੀ। ਲੋਕਾਂ ਨੇ ਸਰੋਂ ਵੀ ਨਹੀਂ ਬੀਜੀ ਯਾਰ ਕੀ। ਇੰਜੀ ਗੱਲ। ਠੀਕ ਹੈ ਜੀ। ਕਿ ਇਹਨਾਂ ਨੇ ਜਨਾਬ ਟਰੈਕਟਰ ਦਾ ਲਾਲਚ ਦਿੱਤਾ, ਜਿਹਦੀ ਮੁਰੱਬਾ ਕਣਕ ਹੋਊਗੀ ਉਹਨੂੰ ਟਰੈਕਟਰ ਮਿਲੇਗਾ। ਹੁਣ ਜਨਾਬ ਉਹ ਮੇਰਾ ਖਿਆਲ ਪਿਛਲੇ ਦਿਨਾਂ 'ਚ ਫਾਰਮ ਵੀ ਫਿਰਦਾ ਰਿਹਾ ਕਿ ਜਿਹੜਾ ਮੁਕਾਬਲੇ 'ਚ ਪਹਿਲੇ ਨੰਬਰ ਤੇ ਆਏਗਾ ਉਹਨੂੰ ਟਰੈਕਟਰ ਮਿਲੇਗਾ। ਹੁਣ ਮੇਰਾ ਖਿਆਲ ਉਸ ਗੱਲ ਤੋਂ ਹੀ ਖਰੇ ਭੱਜੂਗਾ ਮੁਰੱਬੇ ਵਾਲੀ ਤੋਂ ਵੀ, ਕਿਉਂ ਲੋਕਾਂ ਨੇ 40-40 50-50 ਕਿੱਲੇ ਕਣਕ ਬੀਜੀ। ਹੁਣ ਜੇ ਇੱਕ ਬੰਦੇ ਨੇ 50 ਕਿੱਲੇ ਕਣਕ ਬਣੀ, ਉਹ 2 ਟਰੈਕਟਰ ਬਣਦੇ ਨਾ, ਉਹਨੂੰ ਦਿਓ ਨਾ 2 ਟਰੈਕਟਰ। ਲਿਹਾਜ਼ਾ ਗਵਰਨਮੈਂਟ ਨੂੰ ਚਾਹੀਦਾ ਹੈ, ਗਵਰਨਮੈਂਟ ਇਹ ਨਹੀਂ ਮੈਂ ਕਹਿ ਰਿਹਾ ਵੀ ਗਵਰਨਮੈਂਟ ਮਾੜੇ ਕੰਮ ਕਰ ਰਹੀ, ਗਵਰਨਮੈਂਟ ਅੱਛੇ ਕੰਮ ਕਰ ਰਹੀ। ਜੀ ਜੀ। ਮਿਸਾਲ ਦੇ ਤੌਰ ਤੇ ਜ਼ਿਮੀਂਦਾਰਾਂ ਵਾਸਤੇ ਉਹਨੇ ਟਰੈਕਟਰ ਸਕੀਮ ਕੱਢੀ, ਇਸੇ ਤਰੀਕੇ ਨਾਲ ਲੇਜ਼ਰ ਕਰਾਇਆ, ਰੂਟਾ ਵਾਟਰ, ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਗਵਰਨਮੈਂਟ ਦੇ ਰਹੀ ਹੈ। ਜੀ ਜੀ। ਅੱਛੇ ਕੰਮ ਹੈ। ਲੇਕਿਨ ਇਸ ਤਰ੍ਹਾਂ ਨਹੀਂ ਹੈ। ਕੁਝ ਖੁਦਾ ਵਾਸਤੇ ਇੰਡੀਆ ਦਾ ਪਲਾਨ ਲੈ ਕੇ ਆਓ, ਉੱਥੇ ਆਪਣਾ ਇੱਕ ਵਫਦ ਭੇਜੋ ਇੰਡੀਆ ਦੇ ਅੰਦਰ ਕਿ ਉਹ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਸਬਸਿਡੀ ਦਿੰਦੇ ਆ ਤੇ ਸਮਾਨ ਦਿੰਦੇ ਆ। ਦੂਸਰੇ ਨੰਬਰ ਤੇ ਕਮ ਸੋ ਕਮ 5 ਸਾਲ ਵਾਸਤੇ ਪਾਬੰਦੀ ਲਾ ਦਿਓ ਕਿ 5 ਸਾਲ ਜਿਹੜੀ ਗਵਰਨਮੈਂਟ ਚੀਜ਼ ਦੇਊਗੀ ਨਾ ਉਹ ਵਿਕੂਗੀ ਨਹੀਂ। ਅੱਛਾ, ਬਿਲਕੁਲ ਸਹੀ ਗੱਲ। ਮੇਰੀ ਗੱਲ ਸਮਝੋ। ਜੀ ਜੀ। ਉਹਦੇ 'ਚ ਸਾਨੂੰ ਨਵੀਦ ਵਰਗਿਆਂ ਨੂੰ, ਭਾਈ ਰਿਆਜ਼ ਵਰਗਿਆਂ ਨੂੰ ਨੁਕਸਾਨ ਹੋ ਰਿਹਾ। ਠੀਕ ਹੈ ਜੀ। 5 ਸਾਲ ਕੀ ਕਰੋ, ਲੋਕਾਂ ਕੋਲ 4-4 ਟਰੈਕਟਰ ਤੇ ਪਹਿਲੋਂ ਹੈ,
ਫਿਰ ਉਹਨਾਂ ਨੂੰ ਟਰੈਕਟਰ ਦੇ ਦੇਣੀ ਤੁਸੀਂ। ਬਿਲਕੁਲ ਠੀਕ ਹੈ ਜੀ। ਘੱਟ ਤੋਂ ਘੱਟ 5 ਸਾਲ ਵਾਸਤੇ ਕੀ ਕਰੋ, ਉੱਤੇ ਪਾਬੰਦੀ ਲਾ ਦਿਓ ਭਾਈ ਤੇਰੇ ਖਿਲਾਫ ਭਾਈ ਪਰਚਾ ਹੋ ਜਾਣਾ ਜੇ ਤੂੰ ਟਰੈਕਟਰ ਵੇਚਿਆ ਤਾਂ। ਇਹ ਉਹਨਾਂ ਨੇ ਲਾਈ ਹੈ ਪਾਬੰਦੀ ਜੀ? ਕੋਈ ਨਹੀਂ ਪਾਬੰਦੀ, ਕਾਹਦੀ ਪਾਬੰਦੀ? ਇਹ ਲਾਈ ਹੈ ਮੈਨੂੰ ਪਤਾ ਉਹਨਾਂ ਨੇ, ਉਹ ਮੈਨੂੰ ਪਤਾ ਹੈ ਜੀ ਜੀ। ਟਰੈਕਟਰ ਗਾਂ ਚਲਾ ਗਿਆ, ਕੀ ਕਹਿਣਾ ਯਾਰ, ਮੈਂ ਨਾ ਫੜਾ ਇਹੋ ਜਿਹੀਆਂ ਗੱਲਾਂ ਨਾ ਫੜ। ਮੈਂ ਜ਼ਿਮੀਂਦਾਰਾਂ ਦੇ ਖਿਲਾਫ ਨਹੀਂ ਬੋਲਦਾ, ਜ਼ਿਮੀਂਦਾਰ ਦੇ ਹੱਕ 'ਚ ਬੋਲਦਾ ਜੀ ਜੀ। ਠੀਕ ਹੈ ਜੀ। ਲੇਕਿਨ ਕੁਛ ਚੀਜ਼ਾਂ ਦੇ ਉੱਤੇ ਮੈਨੂੰ ਇਖਤਲਾਫ ਹੈ। ਇਸ ਤਰ੍ਹਾਂ ਨਹੀਂ ਹੈ। ਇੰਡੀਆ ਦੇ ਅੰਦਰ ਕੀ ਕਰਦਾ, ਮੈਨੂੰ ਹੱਲਾਂ ਦੀ ਜ਼ਰੂਰਤ ਹੈ ਤੇ ਮੈਂ ਜਾਣਾ ਡਿਸਟ੍ਰਿਕਟ ਆਫਿਸ ਦੇ ਵਿੱਚ, ਉੱਥੇ ਡੀਸੀ ਆਫਿਸ ਦੇ ਵਿੱਚ ਉਹਨੇ ਇੱਕ ਦਫ਼ਤਰ ਬਣਾਇਆ ਛੋਟਾ ਜਿਹਾ ਜੀ ਜੀ। ਉੱਥੇ ਜਨਾਬ ਬ੍ਰਾਂਚ ਹੈ, ਉੱਥੇ ਤੁਸੀਂ ਬ੍ਰਾਂਚ ਜਾਣਾ। ਮੈਂ ਉਹਨਾਂ ਨੂੰ ਕਹਿਣਾ ਜੀ ਆ ਮੇਰਾ ਸ਼ਨਾਖਤੀ ਕਾਰਡ ਹੈ, ਮੈਨੂੰ ਹੱਲਾਂ ਚਾਹੀਦੀਆਂ। ਉਹ ਮੈਨੂੰ ਕਹਿੰਦੇ ਜੀ ਠੀਕ ਹੈ, ਕਿੰਨੇ ਕਿੱਲੇ ਜ਼ਮੀਨ ਹੈ ਤੇਰੇ ਕੋਲ? ਮੈਂ ਉਹਨੂੰ ਕਹਿੰਦਾ ਜੀ ਮੇਰੇ ਕੋਲ ਆਹ ਫਰਦ ਹੈਗੀ ਹੈ। ਹਾਂਜੀ। ਉਹਨਾਂ ਨੂੰ ਮੈਂ ਫਰਦ ਦੇਣੀ ਹੈ, ਉਹਨਾਂ ਨੇ ਜਨਾਬ ਮੇਰੀ ਲਿਖਤ ਪੜ੍ਹਤ ਖਾਰੀ ਕਰਨੀ ਹੈ। ਉਹਨਾਂ ਨੇ ਮੈਨੂੰ ਜਿਹੜਾ 25% ਸਬਸਿਡੀ ਦਿੱਤੀ ਹੈ ਜਾਂ 20% ਦਿੱਤੀ ਹੈ, 10% ਦਿੱਤੀ, ਜਿੰਨੀ ਵੀ ਸਬਸਿਡੀ ਦਿੱਤੀ, ਉਹ ਜਿੰਨੀ ਗਵਰਨਮੈਂਟ ਦੇ ਵਿੱਚ ਹਿੰਮਤ ਹੁੰਦੀ ਹੈ ਉਹ ਉੱਥੇ ਸਬਸਿਡੀ ਮੈਨੂੰ ਦੇਤੀ ਉਹਨਾਂ ਨੇ। ਮੈਨੂੰ ਉਹਨਾਂ ਨੇ ਕਿਹਾ ਤੂੰ ਕਿੱਥੋਂ ਲੈਣੀ ਹੈ? ਮੈਂ ਉਹਨੂੰ ਕਿਹਾ ਜੀ ਮੈਂ ਭਾਈ ਰਾਜ ਕੋਲੋਂ ਲੈਣੀ ਹੈ। ਉਹਨਾਂ ਨੇ ਮੈਨੂੰ ਡਾਕੂਮੈਂਟ ਤਿਆਰ ਕਰਕੇ ਦਿੱਤੇ, ਉਹਨਾਂ ਨੇ ਕਿਹਾ ਭਾਈ ਰਾਜ ਕੋਲ ਚਲਾ ਜਾ ਜੀ ਜੀ। ਤੇ ਮੈਂ ਆਪਣੇ ਜਿਹੜੇ ਪੈਸੇ ਸੀਗੇ ਉਹ ਬੈਂਕ 'ਚ ਜਮ੍ਹਾਂ ਕਰਾਏ, ਸਲਿੱਪ ਨਾਲ ਲਾਈ, ਉਹ ਗਵਰਨਮੈਂਟ ਨੇ ਉਧਰ ਕਰਤੀ। ਗਵਰਨਮੈਂਟ ਨੇ ਜਨਾਬ ਉਹਨਾਂ ਨੂੰ ਚੈੱਕ ਦੇਤਾ ਕਿ ਲਓ ਜਨਾਬ ਤੁਸੀਂ ਤੁਹਾਡੇ ਵੱਲ ਪੈਸੇ ਚਲੇ ਗਏ। ਹਾਂਜੀ। ਜਿਸ ਬੰਦੇ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੋਵੇ ਉਹਨੂੰ ਉਹ ਦਿਓ। ਮੈਨੂੰ ਕਿਰਾਏ ਦੀ ਜ਼ਰੂਰਤ ਨਹੀਂ, ਮੇਰਾ ਕਿਰਾਇਆ ਨਿਕਲਿਆ, ਮੈਂ ਕੀ ਕਰਨਾ ਕਿਰਾਇਆ? ਸਹੀ ਗੱਲ, ਮੇਰੀ ਗੱਲ ਸਮਝ ਆਉਂਦੀ ਹੈ? ਬਿਲਕੁਲ ਸਹੀ ਗੱਲ। ਮੈਨੂੰ ਚਾਪਰ ਦੀ ਜ਼ਰੂਰਤ ਨਹੀਂ ਹੈ, ਮੇਰਾ ਚਾਪਰ ਨਿਕਲਿਆ ਵੇ, ਮੈਂ ਚਾਪਰ ਕੀ ਕਰਨਾ? ਸਹੀ ਗੱਲ। ਮੇਰੇ ਕੋਲ ਗਾਜੀ ਟਰੈਕਟਰ, ਮੈਂ ਚਾਪਰ ਨੂੰ ਕੀ ਕਰਨਾ ਹੈ? ਇਹਨਾਂ ਚੀਜ਼ਾਂ ਨੂੰ ਪਹਿਲਾਂ ਸਮਝੋ। ਮੈਨੂੰ ਹੱਲਾਂ ਦੀ ਜ਼ਰੂਰਤ ਹੈ ਤੇ ਮੈਂ ਹੱਲਾਂ ਵਾਸਤੇ ਖੁਦ ਚੱਲ ਕੇ ਜਾਵਾਂ ਉੱਥੇ। ਪੰਜਾਬ ਬੈਂਕ ਨੂੰ ਕਹੋ ਵੀ ਉਹਦੇ ਨਾਲ ਉਹਨਾਂ ਨਾਲ ਰਾਬਤੇ 'ਚ ਹੋ ਜਾਣ। ਪੰਜਾਬ ਬੈਂਕ ਹੀ ਕਰਜ਼ਾ ਦਿੰਦਾ, ਸਾਰਾ ਕੁਝ ਕਰਦਾ। ਠੀਕ ਹੈ ਜੀ। ਮੈਨੂੰ ਕੋਈ ਟਾਈਮ ਦੇ ਦੇਣ, ਜੇ ਇਹ ਪਾਲਿਸੀ ਨਹੀਂ ਲੈਣਾ ਚਾਹੁੰਦੇ ਮੇਰੀ ਦਰਖਾਸਤ ਦੀ ਪਾਲਿਸੀ ਦੇ ਦੇਣ। ਠੀਕ ਹੈ ਜੀ, ਕਿ ਮੈਨੂੰ ਹੱਲਾਂ ਦੀ ਜ਼ਰੂਰਤ ਹੈ ਜੀ, ਮੈਨੂੰ ਕਿਰਾਏ ਦੀ ਜ਼ਰੂਰਤ ਹੈ, ਮੈਨੂੰ ਰੋਟਾਵਾਟਰ ਦੀ ਜ਼ਰੂਰਤ ਹੈ, ਮੈਨੂੰ 25% ਦੇਣ, ਮੈਨੂੰ 10% ਦੇਣ, ਮੈਨੂੰ 20% ਦੇਣ, ਜਿੰਨੀ ਵੀ ਉਹ ਸਬਸਿਡੀ ਦੇਣ ਚਾਹੁੰਦੇ ਜੀ ਜੀ। ਇੰਡੀਆ ਦੇ ਵਿੱਚ ਕੀ ਹੈ, ਇੰਡੀਆ 'ਚ 24 ਘੰਟਿਆਂ ਦੇ ਵਿੱਚ ਅਗਲੇ ਨੂੰ ਚੀਜ਼ ਮਿਲ ਜਾਂਦੀ। ਵੈਰੀ ਗੁੱਡ। ਕਿਉਂ ਮਿਲਦੀ ਹੈ ਯਾਰ? ਬਾਕੀ ਚੀਜ਼ਾਂ ਤੁਸੀਂ ਬਾਹਰੋਂ ਸਿੱਖ ਲੈਣੇ ਤੇ ਇਹ ਨਹੀਂ ਸਿੱਖ ਸਕਦੇ। ਹਾਂ, ਜ਼ਿਮੀਂਦਾਰੀ ਦਾ ਕੁਝ ਨਹੀਂ ਸਿੱਖ ਸਕਦੇ ਤੁਸੀਂ। ਬਿਲਕੁਲ ਬਿਲਕੁਲ, ਖੁਦਾ ਵਾਸਤੇ। ਠੀਕ ਹੈ ਜੀ। ਜਿੰਨੇ ਅਰਬ ਰੁਪਈਆ ਤੁਸੀਂ ਸਬਸਿਡੀ ਦਿੱਤੀ ਹੈ ਅੱਗੇ, ਠੀਕ ਹੈ ਜੀ, ਅੱਛਾ ਕੰਮ ਕੀਤਾ ਤੁਸੀਂ। 9,500 ਟਰੈਕਟਰ ਦਿੱਤਾ ਲੋਕਾਂ ਨੂੰ, ਲੋਕਾਂ ਦੇ ਘਰਾਂ 'ਚ ਗਿਆ। ਲੇਕਿਨ ਉਹਨਾਂ ਦਾ ਵੀ ਗਿਆ ਜਿਨ੍ਹਾਂ ਦੇ ਕੋਲ ਦੋ ਪਹਿਲੋਂ ਵੀ ਹੈਗੇ ਆ। ਇੰਝ ਗੱਲ ਹੈ, ਇਹ ਵੀ ਛਾਣਬੀਨ ਕਰਨੀ ਚਾਹੀਦੀ ਵੀ ਜਿਹਦੇ ਕੋਲ ਪਹਿਲਾਂ ਹੈ ਉਹਦੇ ਕੋਲ ਪਹੁੰਚ ਗਿਆ, ਉਹਦੇ ਕੋਲ ਪਹੁੰਚ ਗਿਆ। ਠੀਕ ਹੈ ਜੀ। ਦੂਸਰੇ ਨੰਬਰ ਤੇ ਇੱਕ ਹਕੂਮਤ ਪੰਜਾਬ ਨੂੰ ਮੇਰੀ ਰਿਕੁਐਸਟ ਵੀ ਹੈ, ਕੀ ਪਤਾ ਆਵਾਜ਼ ਪਹੁੰਚ ਜਾਵੇ, ਪਰ ਔਖੀ ਜੀ ਗੱਲ ਹੈ, ਪਹੁੰਚਦੀ ਨਹੀਂ ਹੁੰਦੀ ਛੇਤੀ ਦਾ। ਚਲ ਕੀ ਪਤਾ ਪਹੁੰਚ ਜਾਵੇ ਕਿ ਆ ਜਿਹੜਾ ਹੈਗਾ ਨਾ ਗੱਡੀਆਂ ਵਾਲਾ ਸਿਸਟਮ, ਖਾਸ ਕਰ ਟਰੈਕਟਰਾਂ ਵਾਲਾ, ਇਹਨੂੰ ਵਨ ਸੈਟਰ ਕਰੋ। ਆਹ ਬਾਇਓਮੈਟ੍ਰਿਕ ਜਿਹੜਾ ਕਾਗਜ਼ ਸਾਡੇ ਕੋਲੇ ਹੈਗੇ ਆ, ਫਾਈਲਾਂ ਸਾਡੇ ਕੋਲੇ ਆ, ਕਾਪੀਆਂ ਸਾਡੇ ਕੋਲੇ ਆ, ਤੇ ਟਰੈਕਟਰ ਕਿਸੇ ਹੋਰ ਦੇ ਨਾਂ ਤੇ ਆ। ਲਿਹਾਜ਼ਾ ਉਹ ਮਾਲਕ ਕਈ ਮਰ ਗਏ ਆ। ਬਰਾਏ ਮਿਹਰਬਾਨੀ ਕਰਕੇ ਕੀ ਕਰੋ, ਇਹਨੂੰ ਬਾਇਓਮੈਟ੍ਰਿਕ ਨੂੰ ਖਤਮ ਕਰੋ। ਉਸ ਬੰਦੇ ਦੀ ਬਾਇਓਮੈਟ੍ਰਿਕ ਲਓ ਜਿਸ ਬੰਦੇ ਕੋਲੇ ਪੂਰੇ ਡਾਕੂਮੈਂਟ ਹੈ। ਠੀਕ ਹੈ ਜੀ। ਤੇ ਖੁਦਾ ਵਾਸਤੇ ਥੋੜਾ ਜਿਹਾ ਇਸ ਬੰਨੇ ਵੀ ਧਿਆਨ ਕਰੋ। ਕੋਈ ਛਿੱਲੜ ਵੀ ਚਾਰ ਆਉਣਗੇ ਇਹਨਾਂ ਨੂੰ। ਬਿਲਕੁਲ। ਠੀਕ ਹੈ ਜੀ। ਜਿੱਥੇ ਉਹਦੀ ਫੀਸ ਰੱਖਣੀ ਹੈ ਤੁਸੀਂ 10,000 ਰੱਖਣੀ, ਉੱਥੇ 20,000 ਰੱਖ ਦਿਓ, 30,000 ਰੱਖ ਦਿਓ, 40 ਰੱਖ ਦਿਓ, 50 ਰੱਖ ਦਿਓ, ਜਿੰਨੇ ਮਰਜ਼ੀ ਰੱਖੋ, ਫੀਸ ਰੱਖੋ ਉਹਦੀ। ਲਿਹਾਜ਼ਾ ਲੋਕੀ ਜਿਹੜਾ ਉਹ ਆਪਣੇ ਟਰੈਕਟਰ ਟਰੂਕਟਰ ਆਪਣੇ ਨਾ ਕਰਾਉਣ। ਬਾਕੀ ਫੌਜੀ ਸਾਹਿਬ ਆਪਾਂ ਗੱਲ ਕਰਨੀ ਹੈ ਮੇਨ ਆਈਏ ਗੰਦਮ ਦੇ ਉੱਤੇ। ਪਿਛਲੇ ਸਾਲ ਨਾਲ ਅਸੀਂ ਕੰਪੇਅਰ ਕਰੀਏ ਤੇ ਇਸ ਸਾਲ ਕੀ ਤੁਹਾਡੀ ਸੂਰਤ ਆ, ਤੁਹਾਨੂੰ ਕੀ ਨਜ਼ਰ ਆ ਰਿਹਾ? ਕੋਈ ਰੇਟ ਮਿਲੇਗਾ, ਕੋਈ ਬਿਹਤਰੀ ਹੋਏਗੀ ਜ਼ਿਮੀਂਦਾਰਾਂ ਵਾਸਤੇ ਕਿ ਜੋ ਇਹਨਾਂ ਨੂੰ ਲੋਲੀਪੌਪ ਦਿੱਤਾ ਗਿਆ ਵਾ, ਜੋ ਇਹਨਾਂ ਨਾਲ ਵਾਅਦੇ ਕੀਤੇ ਗਏ ਨੇ ਪੂਰੇ ਹੁੰਦੇ ਨਜ਼ਰ ਆ ਰਹੇ ਨੇ? ਕੀ ਤੁਹਾਡੇ ਬੜੇ ਅਸਲ 'ਚ ਨਾ ਕੁਛ ਚੀਜ਼ਾਂ ਪਿੱਛੇ ਕੋਈ ਵੀ ਚੀਜ਼ ਜਿਹੜੀ ਹੈ ਨਾ ਉਹ ਦਲੀਲ ਤੇ ਲਈ ਜਾਂਦੀ ਹੈ। ਮਿਸਾਲ ਦੇ ਤੌਰ ਤੇ ਅਸੀਂ ਗੰਨੇ ਦੀ ਦਲੀਲ ਦੇ ਸਕਦੇ ਜੀ ਜੀ, ਕਿ ਗੰਨੇ ਨਾਲ ਕੀ ਹੋਇਆ। ਗੰਨਾ ਪਹਿਲਾਂ 300, 350, 400, ਆਖਰੀ 3 ਦਿਨ 700 ਨੂੰ ਗੰਨਾ ਵੀ ਵਿਕਿਆ। ਹਾਂ ਇੰਝ ਗੱਲ ਹੈ। 500 ਨੂੰ ਗੰਨਾ ਵੀ ਵਿਕਿਆ। ਲੇਕਿਨ ਆਖਰੀ ਹਫਤਾ ਜਿਹੜਾ 500 ਨੂੰ ਵਿਕਿਆ, ਆਖਰੀ ਹਫਤਾ ਇਦਾਂ ਹੀ ਹੈ ਭਾਈ ਨਵੀਦ ਜੀ ਜੀ। ਤੇ ਆਖਰੀ 3 ਦਿਨ ਗੰਨਾ ਕਿੰਨੇ ਦਾ ਵਿਕਿਆ? 700 ਨੂੰ ਕੁਛ ਮਿੱਲਾਂ ਦੇ ਵਿੱਚ। ਅੱਛਾ ਜੀ, ਉਹ ਹੋ ਗਿਆ। ਕਈਆਂ ਨੂੰ ਤਾਂ ਚੀਨੀ ਚਕਾਤੀ ਬਿੱਲਾ ਜੋ ਚੱਕ, ਠੀਕ ਹੈ, ਚਲੋ ਚੀਨੀ ਦਿੱਤੀ, ਜੋ ਵੀ ਕੋਈ ਦਿੱਤਾ। ਹੁਣ ਚੀਨੀ ਦਾ ਅਫੜਾ ਤਫੜੀ ਪੈ ਗਈ ਚੀਨੀ ਦੀ। ਚੀਨੀ 35-40 ਰੁਪਏ ਯਕਦਮ ਕਿਉਂ ਚੜ ਗਈ? ਇਸ ਸਾਲ ਤਾਂ ਚੀਨੀ ਨਹੀਂ ਚੜਨੀ ਚਾਹੀਦੀ ਨਾ, ਚੀਨੀ ਅਗਲੇ ਸਾਲ ਜਾ ਕੇ ਚੜਨੀ ਚਾਹੀਦੀ। ਬਿਲਕੁਲ। ਅਗਲੇ ਸਾਲ ਜਦੋਂ ਕ੍ਰੈਸ਼ਿੰਗ ਕਰੋ ਤੁਸੀਂ, ਉਦੋਂ ਤੁਸੀਂ ਚੀਨੀ ਦਾ ਰੇਟ ਦੇ ਦਿਓ ਭਾਈ। ਚੀਨੀ ਭਾਈ ਗਾਂ ਇੰਨਾ ਹੋਊਗੀ ਤੇ ਗੰਨਾ ਇੰਨਾ ਹੋਊਗਾ। ਗੰਨਾ 300 ਨੂੰ ਖਰੀਦਿਆ ਤੇ ਚੀਨੀ ਜਨਾਬ ਕਿਉਂ 80 ਨੂੰ ਚਲੀ ਗਈ? ਹੁਣ ਮਿੱਟੀ ਪਾਓ ਪ੍ਰੋਗਰਾਮ ਸ਼ੁਰੂ ਹੈ। ਠੀਕ ਹੈ ਜੀ। ਹੁਣ ਮਿੱਟੀ ਪਾਓ ਹੋਊਗੀ, ਕਮੇਟੀ ਬਣ ਜੂਗੀ, ਫਿਰ ਜਨਾਬ ਉੱਤੇ ਮਿੱਟੀ ਪੈ ਜੂਗੀ, ਮਹੀਨੇ 2 ਮਹੀਨੇ ਚੱਲੂਗੀ,
ਫਿਰ ਅੱਗੇ ਕਣਕ ਆ ਜੂਗੀ। ਫਿਰ ਉਹ ਸ਼ਬਾਜ਼ ਸ਼ਰੀਫ ਨੇ ਇੱਕ ਗੱਲ ਕਹੀ ਸੀ ਅਸੈਂਬਲੀ 'ਚ, ਤੁਹਾਨੂੰ ਪਤਾ ਨਹੀਂ ਯਾਦ ਹੈ ਕਿ ਨਹੀਂ, ਮੇਰਾ ਕੰਮ ਕਰਦਾ ਹੈ ਜੀ ਫਿਲਹਾਲ। ਉਹਨੇ ਕਿਹਾ ਸਾਨੂੰ ਕਿਸ ਪੱਬਲ ਕੂਸੇ 'ਚ ਪਾਇਆ। ਹੁਣ ਜ਼ਿਮੀਂਦਾਰਾਂ ਨੂੰ ਕਿਸ ਪੱਬਲ ਕੂਸੇ 'ਚ ਪਾਇਆ? ਜ਼ਿਮੀਂਦਾਰਾਂ ਨੂੰ ਕਿਸੇ ਪੱਬਲ ਕੂਸੇ 'ਚ ਪਾਇਆ ਕਿ ਨਹੀਂ? ਪਾਈ ਰਿਹਾ ਜਿੱਦਾਂ ਹੀ ਹੈ। ਬਿਲਕੁਲ 16 ਦੀ ਗੱਲ। ਲਿਹਾਜ਼ਾ ਅਸੀਂ ਹੈ ਕਿ ਅਸੀਂ ਹੈ ਕੌਣ ਹੈ? ਅਸੀਂ ਕੌਣ ਹੈ? ਅਸੀਂ ਹੈ ਯਤੀਮ ਯਊ। ਯਤੀਮ ਯਊ ਅਸੀਂ ਛੋਟੇ ਮਾਲਕ ਹੈ। ਸਭ ਤੋਂ ਜ਼ਿਆਦਾ ਲੱਕ ਟੁੱਟਿਆ ਵਾਲਾ ਸਾਹਿਬ ਤੇ ਉਹ ਛੋਟੇ ਜ਼ਿਮੀਂਦਾਰ। ਇੰਜ ਹੀ ਗੱਲ 100 ਆਨੇ ਗੱਲ। ਇੱਧਰ ਵੀ ਜ਼ਿਮੀਂਦਾਰ ਹੈ, ਇੱਧਰ ਵੀ ਜ਼ਿਮੀਂਦਾਰ ਹੈ, ਇੱਧਰ ਵੀ ਜ਼ਿਮੀਂਦਾਰ ਹੈ, ਤੂੰ ਖੁਦ ਵੀ ਜ਼ਿਮੀਂਦਾਰ ਹੈ। ਤੁਸੀਂ ਆਪੇ ਹੀ ਲਾਓ। ਆ ਨਵੀਦ ਨੂੰ ਪੁੱਛ ਲੈਣੇ ਵੀ ਕੀ ਰੇਟ ਹੋਣਾ ਚਾਹੀਦਾ। ਹਾਂ ਬਈ ਭਾਈ ਨਵੀਦ। ਅਸਲ ਦੇ ਵਿੱਚ ਫੌਜੀ ਸਾਹਿਬ ਗੱਲ ਇਦਾਂ ਵੀ ਰੇਟ ਦੇ ਇਸ ਤਰ੍ਹਾਂ ਵਾ ਵੀ ਜੇ 3900 ਗਵਰਨਮੈਂਟ ਨੇ ਪਿਛਲੇ ਸਾਲ ਰੇਟ ਕੀਤਾ ਤੇ 3900 ਨੂੰ ਖਰੀਦ ਕਰਦੀ, 3900 ਨੂੰ ਵੀ ਖਰੀਦ ਕਰਦੀ ਤਾਂ ਵੀ ਜ਼ਿਮੀਂਦਾਰਾਂ ਦੇ ਕੁਝ ਪੇੜ ਪੱਲੇ ਪੈ ਜਾਣਾ ਸੀ। ਅਸਲ 'ਚ ਪਤਾ ਕੀ ਹੈ, ਲੇਕਿਨ ਗਵਰਨਮੈਂਟ ਤੇ ਨਹੀਂ ਲੈਂਦੀ ਇੱਕ ਦਾਣਾ ਵੀ। ਅਸਲ 'ਚ ਪਤਾ ਕੀ ਚੱਕਰ ਹੈ, ਗਵਰਨਮੈਂਟ ਨੇ ਬੜੇ ਇੱਧਰ ਨੂੰ ਹੱਥ ਮਾਰ, ਉੱਧਰ ਨੂੰ ਹੱਥ ਮਾਰ, ਇਹਨਾਂ ਨੂੰ ਕਿਸੇ ਤਰੀਕੇ ਨਾਲ ਸੈਟਲ ਕੀਤਾ ਜਾਵੇ। ਕਰਦੇ ਆ ਕੁਛ ਨਾ ਕੁਛ, ਇਹ ਪੁੱਠ ਸਿੱਧੀ ਕਰਦੇ, ਜੋ ਵੀ ਕੁਝ ਕਰਦੇ ਆ। ਲੇਕਿਨ ਇਹ ਦੋ ਜਹਾਜ਼ ਜਿਹੜੇ ਉੱਥੋਂ ਲੈ ਕੇ ਆਏ ਨਾ, ਉਹਦੇ ਨੂੰ ਸਮੁੰਦਰ ਛੋੜ ਦਿੰਦੇ ਜਹਾਜ਼ ਨੂੰ। ਉਸ ਕਣਕ ਨੂੰ ਕੀ ਕਰਦੇ? ਮੱਛੀਆਂ ਨੂੰ ਖਵਾਉਂਦੇ। ਲੇਕਿਨ ਇੱਥੇ ਕਣਕ ਖਰੀਦੇ, ਇਹ ਖਰੀਦੇ 3500 ਰੁਪਏ ਨੂੰ। ਜ਼ਿਮੀਂਦਾਰ ਦਾ ਲੱਕ ਨਹੀਂ ਸੀ ਟੁੱਟਣਾ। ਜਿਹੜੀ ਗੱਲ ਮੈਂ ਯਤੀਮ ਯਹੂ ਦੀ ਕਹਿ ਰਿਹਾ ਨੇ, ਇਹ ਪੀਂਦੇ ਆ ਮੱਝਾਂ ਦਾ ਦੁੱਧ। ਇਹਨਾਂ ਨੇ ਬਾਹਰ ਬੂਰ ਨਹੀਂ ਨਿਕਲਣਾ। ਹਾਂ ਇਹ ਤੇ ਗੱਲ। ਇਹਨਾਂ ਦੀ ਕਣਕ ਭਾਵੇਂ ਕਰ ਦਿਓ ਤੁਸੀਂ 800 ਨੂੰ। ਦੂਸਰੇ ਨੰਬਰ ਤੇ ਆਪਣੇ ਮੁਲਕ ਦੇ ਵਿੱਚ ਕੋਈ ਤਨਜ਼ੀਮ ਸਾਜੀ ਨਹੀਂ ਹੈਗੀ। ਜ਼ਿਮੀਂਦਾਰੇ ਦੀ ਖਾਸ ਕਰ ਇਹਦੀ ਕੋਈ ਤਨਜ਼ੀਮ ਨਹੀਂ ਹੈ। ਤੁਸੀਂ ਰਿਸਰਚ ਕਰਿਆ ਜੇ, ਫਿਰ ਮੇਰੀ ਗੱਲ ਤੇ ਤਸਦੀਕ ਆਪ ਕਰਨੀ ਹੈ। 2 ਦਰਜਨ ਤੋਂ ਜ਼ਿਆਦਾ ਤਨਜ਼ੀਮਾਂ ਹੈ ਜਿਹੜੀਆਂ ਸਿਰਫ ਔਰ ਸਿਰਫ 2 ਐਕਟਿਵ ਹੈ। ਇੱਕ ਖਾਲਦ ਖੋਖਰ ਵਾਲੀ ਤੇ ਇੱਕ ਖਾਲਦ ਬਾਠ ਵਾਲੀ। ਬਾਠ ਕਹਿੰਦੇ ਉਹਨੂੰ, ਮਾਦਰਤ ਜੇ ਬਈ ਉਹਦੀ ਕੋਈ ਕੌਮੀਅਤ ਦੇ ਵਿੱਚ ਮੇਰੇ ਕੋਲੋਂ ਕੋਈ ਹੋ ਜਾਵੇ, ਠੀਕ ਹੈ ਜੀ। ਉਹ ਦੋਵੇਂ ਖਾਲਦ ਹੈ ਵਿਚਾਰੇ, ਉਹ ਵਿਚਾਰੇ ਭੱਜਣਾ ਥੋੜੀ ਬਹੁਤੀ ਕਰ ਰਹੇ ਹੈ, ਠੀਕ ਹੈ ਜੀ। ਲਿਹਾਜ਼ਾ ਤਨਜ਼ੀਮਾਂ ਬਹੁਤ ਹੈਗੀਆਂ, ਬਹੁਤੀਆਂ ਤਨਜ਼ੀਮਾਂ ਦਾ ਫਾਇਦਾ ਨਹੀਂ। ਇਹਨਾਂ ਸਾਰੀਆਂ ਤਨਜ਼ੀਮਾਂ ਨੂੰ ਇੱਕ ਸਾਈਡ ਤੇ ਕਰੋ, ਭਾਵੇਂ ਤੁਹਾਨੂੰ ਲੱਗਣ ਸਾਲ ਤੇ ਭਾਵੇਂ ਲੱਗਣ 2 ਸਾਲ। ਯੂਨੀਅਨ ਕੌਂਸਲ ਲੈਵਲ ਤੇ ਲਿਆਓ ਇਹਨੂੰ, ਇੱਥੋਂ ਬੰਦੇ ਜਨਾਬ ਇਕੱਠੇ ਕਰੋ, ਫਿਰ ਤਾਂ ਨੂੰ ਜਾਓ ਡਿਸਟ੍ਰਿਕਟ ਲੈਵਲ ਤੇ, ਠੀਕ ਹੈ ਜੀ। ਜੀ ਜੀ। ਤੇ ਹੋਣਾ ਤਾਂ ਕੋਈ ਨਹੀਂ ਹੈ, ਇਹ ਨਾ ਕੁਛ ਨਹੀਂ ਕਰ ਸਕਦੇ ਇਹ। ਇਸੇ ਤੋਂ ਮੈਂ ਇਹਨਾਂ ਨੂੰ ਕਹਿਣਾ ਵੀ ਤੁਸੀਂ ਕੀ ਹੋ? ਯਤੀਮ ਯਹੂ। ਯਤੀਮ। ਆਖਰੀ ਗੱਲ ਖਤਮ ਕਰੀਏ ਫੌਜੀ ਸਾਹਿਬ, ਇੱਕ ਅਗਰ ਮੁਲਕ ਦੇ ਵਿੱਚ ਵਾਫਰ ਤਦਾਦ ਵਿੱਚ ਗੰਦਮ ਹੋ ਗਈ ਹੈ, ਇਹਨੂੰ ਬਾਹਰ ਐਕਸਪੋਰਟ ਕੀਤਾ ਜਾਏ। ਯਾਰ ਅਫਗਾਨਿਸਤਾਨ ਸਾਡੇ ਨਾਲ ਨਹੀਂ ਪਿਆ ਯਾਰ। ਜੀ ਜੀ। ਪਿਛਲੀ ਕਣਕ ਜਿਹੜੀ ਪਈ ਹੈ ਉਹ ਦਿਓ ਨਾ ਅਫਗਾਨਿਸਤਾਨ ਨੂੰ। ਹਾਂ ਇੰਜ ਹੀ ਗੱਲ। ਆ ਗਾਜਰਾਂ ਦਾ ਕਿਉਂ ਬੁਰਾ ਹਾਲ ਰਿਹਾ ਯਾਰ ਕੀ? ਗਾਜਰ ਕੋਈ ਪਿਛਲੇ ਸਾਲੋਂ ਬਹੁਤੀ ਤਾਂ ਨਹੀਂ ਲੱਗੀ ਹੈ। ਆ ਆਲੂਆਂ ਦਾ ਬੜਾ ਜਿਹਾ ਰੇਟ ਹਿੱਲਿਆ ਸੀ, ਹੁਣ ਲੋਕਾਂ ਨੇ ਧੜਾ ਲਾਈਆਂ ਵੀਆਂ। ਕਿਉਂ ਭਾਈ? ਉਹਨਾਂ ਨੂੰ ਘਾਟਾ ਪੈ ਰਿਹਾ ਤੇ ਫੇਰ ਹੀ ਧੜਾ ਲਾਈਆਂ ਨੇ ਉਹਨਾਂ ਨੇ। ਜੀ ਜੀ। ਤੇ ਕਿੰਨੇ ਦਿਨ ਉਹ ਧੜਾ ਲਾ ਕੇ ਰੱਖਣਗੇ ਆਪਣੀ ਇਮਾਨਦਾਰੀ ਦੱਸ? ਸਾਲ ਬੂੜਾ ਗੰਦਮ ਧਰਾਂ ਲਾਈ ਰੱਖੀਆਂ, ਕੀ ਬਣਿਆ? ਕੀ ਬਣਿਆ? ਰੇਟ ਥੱਲੇ ਹੋੜ ਆਇਆ। ਉਹ ਭਾਈ ਤੁਸੀਂ ਅਫਗਾਨਿਸਤਾਨ ਨੂੰ ਦੇ ਦਿਓ, ਤੁਹਾਡੇ ਭਰਾ ਹੈ, ਮੁਸਲਮਾਨ ਭਰਾ ਹੈ ਉਹ, ਠੀਕ ਹੈ ਜੀ। ਉਹਨਾਂ ਨੂੰ ਦੇ ਦਿਓ। ਤੁਹਾਡੇ ਬਾਈ ਰੋਡ ਜਾਂਦਾ ਹੈ, ਉਹਨਾਂ ਨੂੰ ਕਹੋ ਭਾਈ ਤੁਸੀਂ ਕਿਰਾਇਆ ਕਰੂਆ ਤੁਸੀਂ ਦੇ ਦਿਓ, ਅਸੀਂ ਭਾਈ ਤੁਹਾਨੂੰ ਫ੍ਰੀ ਕਣਕ ਚੱਕ ਕੇ ਦੇ ਦੇਣੇ। ਯਾਰ 5-7 ਅਰਬ ਦੀ ਸਬਸਿਡੀ ਉਹਨਾਂ ਨੂੰ ਦੇ ਦਿਓ ਵਿਚਾਰਿਆਂ ਨੂੰ, ਕੋਈ ਗੱਲ ਨਹੀਂ। ਸਾਡੇ ਮੁਸਲਮਾਨ ਭਰਾ ਹੈ ਉਹ। ਬਾਕੀ ਆਖਰੀ ਗੱਲ ਫੌਜੀ ਸਾਹਿਬ ਕਰਕੇ ਖਤਮ ਕਰੀਏ, ਕੀ ਮਸ਼ਵਰਾ ਦੇਣਾ ਚਾਹੁੰਦੇ ਹੋ ਗੰਦਮ ਦੇ ਹਵਾਲੇ ਨਾਲ, ਖਾਸ ਤੌਰ ਤੇ ਗੰਦਮ ਜਿਹੜੀ ਹੈਗੀ ਹੈ ਨਾ, ਜੀ ਜੀ, ਇਹ ਇੱਕ ਮਾਂ ਹੈ ਫਸਲਾਂ ਦੀ। ਕੀ ਹੈ? ਮਾਂ ਹੈ, ਠੀਕ ਹੈ ਜੀ। ਤੇ ਜਦੋਂ ਮਾਂ ਡੁੱਬਦੀ ਹੋਵੇ, ਜਿੰਨੀ ਕਣਕ ਐਰਕੀ ਬੀਜੀ ਹੈ ਪਿਛਲੇ ਸਾਲ ਨਾਲੋਂ ਐਰਕੀ 25% ਦੀ ਕਣਕ ਦੀ ਘੱਟ ਬਿਜਾਈ ਹੋਈ, ਤੇ 25% ਵੈਸੇ ਘੱਟ ਗਈ ਕਣਕ, ਝਾੜ ਘੱਟ ਗਿਆ ਕਣਕ 25%। ਪਿਛਲੇ ਸਾਲ ਨਾਲੋਂ ਝਾੜ ਘੱਟ ਹੈ, ਇਹ ਜ਼ਿਮੀਂਦਾਰ ਮੰਨਣਗੇ ਇਸ ਗੱਲ ਨੂੰ। 25% ਪਹਿਲਾਂ ਹੀ ਘੱਟ ਬੀਜੀ ਗਈ, 25% ਝਾੜ ਘੱਟ ਗਿਆ, ਬਾਕੀ ਰਹਿ ਗਈ 50%, ਠੀਕ ਹੈ ਜੀ। ਹੁਣ ਇਹਨਾਂ ਕੋਲ ਗੰਦਮ ਬੇਬਾ ਪਈ ਹੈ, ਹਜੇ ਤੱਕ ਅਗਲੇ ਸਾਲ ਦੀ ਗੰਦਮ ਪਈ ਹੈ ਇਹਨਾਂ ਕੋਲ ਭਾਈ। ਗਦਾਮ ਜਿਹੜੇ ਆ ਨਾ ਫੁੱਲ ਹੈ, ਇੰਜ ਹੀ ਗੱਲ, ਠੀਕ ਹੈ ਜੀ। ਇਸ ਤੋਂ ਜਿਹੜੀ ਪੁਰਾਣੀ ਪਈ ਹੈ ਖੁਦਾ ਵਾਸਤੇ ਉਹਨਾਂ ਨੂੰ ਦਿਓ, ਅਫਗਾਨੀਆਂ ਨੂੰ ਦਿਓ। ਇਹਨਾਂ ਜ਼ਿਮੀਂਦਾਰਾਂ ਦਾ ਮਾੜਾ ਲੱਕ ਸਿੱਧਾ ਕਰੋ। ਇਹਨਾਂ ਦਾ ਲੱਕ ਲੁੱਕ ਦਰਦ ਕਰਦਾ ਜੀ, ਆਪਣਾ ਤਾਂ ਹੁਣ ਲੱਕ ਪੀੜ ਕਰਦਾ ਭਾਈ, ਮੈਂ ਮਜ਼ਾਕ ਨਹੀਂ ਕਰਦਾ, ਸੀਰੀਅਸ ਗੱਲ ਆ। ਹੁਣ ਤੁਰਿਆ ਨਹੀਂ ਜਾਂਦਾ, ਜਿੱਧਰ ਨੂੰ ਜਾਣਾ ਉਧਰ ਪੈਸੇ ਮੰਗਦੇ ਆ।